प्यार सत्कारयोग गुरु रूप प्यारी साध संग जियो। सो बाजां वाले दी दित्ती होई फतेह आओ सांझी करिए। सारे गंज के फतेह बुलाओ, आखो वाहिगुरू जी का खालसा वाहिगुरू जी की फतेह। गुरु रूप प्यारी साध संग जियो कि कलंगियां वाले पातशाह जिन्नी भी उन्हां दी सिफत हो जावे थोड़ी है। बेशक दुनिया दे जिन्ने भी जंगल हन उन्हां दियां कलमां बनाईयां जान, समुंदर दे पानी दी शाही बनाई जावे, धरती दा कागज बनाया जावे ते ओ सरबंस दानी बाजां वाले दा जिन्नी भी सिफत सलाह लिखी नहीं जाती। ये सब कुछ थोड़ सकदा है ते बाजां वाले दी वड्याई नहीं लिखी जाती, क्योंकि गुरु गोबिंद सिंह जी तलवार दे भी धनी सन ते दुनियावी तौर ते भी धनी सन, कलम दे भी धनी सन ते हर पक्षों गुरु दे बराबर कोई नहीं होया ते ना कोई होवे। ते जो गुरु गोबिंद सिंह जी ने इतिहास रचिया इस तो उपर कुछ हो नहीं सकता। जो गुरु गोबिंद सिंह जी ने राजियां दे वांग राज कीता ते जे वारन ते आए है दानी बने है ते गुरु गोबिंद सिंह तो दुनिया दे उपर कोई वड्डा दानी नहीं होया। किसी ने दान दे विच माया दिती है, किसी ने जमीन दिती है, किसी ने सोना चांदी दिता है, किसी ने हाथी घोड़े दान किते है, पर वो दुनिया दे रहबर जिन्हां ने अपने पुत्र ही दान कर दिते हन। गज के आखो सतनाम श्री वाहिगुरू। ये किते भी होर मिसाल नहीं मिलती कि किसने पुत्रां दी दान दिता होवे, अपने हथीं पुत्रां दी शहादत कराई होवे, वो भी एक धर्म दे लई। आम दुनिया दे विच जंगां जुद्धां होईयां ते जिन्नियां भी जंगां जुद्धां होईयां हन, कोई इस्त्री दे रूप दे विच जंग होई है, कोई जमीन दे कारण जंग होई है, कोई धन दौलत दे कारण जंग होई है। ते हुण गुरु गोबिंद सिंह जी दा ये तिन्नां विषयां ते कोई संबंध नहीं। ना तां गुरु जी इस्त्री लई लड़े हन ते ना धन दौलत दी कारण, ना कोई जमीन दा कारण। सिर्फ जुल्म नूं रोकण वास्ते 10वें पातशाह श्री गुरु गोबिंद सिंह साहिब जी ने ये जंगां कीतियां हन। जो 10वें पातशाह ने 14 जंगां लड़ियां हन
ਤੇ 14 ਜੰਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿੱਤ ਪ੍ਰਾਪਤ ਕੀਤੀ ਹੈ, ਜੋ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਉੱਪਰ ਹਨ। ਕਿਸੇ ਨੇ 1 ਜੰਗ ਕੀਤੀ, ਕਿਸੇ ਨੇ 2 ਜੰਗਾਂ ਕੀਤੀਆਂ, ਕਿਸੇ ਨੇ ਕੋਈ 4 ਜੰਗਾਂ ਕੀਤੀਆਂ। ਉਹਨਾਂ ਦੇ ਵਿੱਚੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਤੇ ਧੰਨ ਸਨ ਕਲਗੀਆਂ ਵਾਲੇ ਜਿਨ੍ਹਾਂ ਨੇ 14 ਜੰਗਾਂ ਕੀਤੀਆਂ ਤੇ 14 ਜੰਗਾਂ ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਹੈ, ਤੇ ਫਿਰ ਵੀ ਮਾਣ ਨਹੀਂ ਕੀਤਾ ਤੇ ਉਸ ਪਰਮਾਤਮਾ ਦੀ ਵਡਿਆਈ ਕੀਤੀ ਹੈ ਕਿ ਇਹ ਫਤਿਹ ਗੁਰੂ ਦੀ ਫਤਿਹ ਹੈ। ਤੇ ਉਸ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੇ ਰਹੇ ਹੈ। ਤੇ ਇਸੇ ਕਰਕੇ ਉਹਨਾਂ ਨੂੰ ਸਰਬੰਸ ਦਾਨੀ ਵੀ ਕਿਹਾ ਜਾਂਦਾ ਹੈ। ਛੋਟੀ ਉਮਰ ਦੇ ਵਿੱਚ ਪਿਤਾ ਨੂੰ ਵਾਰਿਆ, ਫਿਰ ਵੱਡੇ ਹੋਏ ਆ ਤੇ ਮਾਤਾ ਜੀ ਅਤੇ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਦੀ ਖਾਤਰ ਵਾਰ ਦਿੱਤਾ। ਕੋਈ ਮਿਸਾਲ ਕਿਤੇ ਮਿਲਦੀ ਨਹੀਂ, ਕੋਈ ਇਤਿਹਾਸ ਨਹੀਂ ਮਿਲਦਾ। ਤੇ ਤਾਂ ਹੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਤੇ ਸਭ ਗੁਰੂ ਗੋਬਿੰਦ ਸਿੰਘ ਜੀ ਨੂੰ ਸੀਸ ਝੁਕਾਉਂਦੇ ਹਨ। ਤੇ ਕੁਝ ਸਾਡੇ ਸਿੱਖਾਂ ਦੇ ਵਿੱਚ ਕਮੀਆਂ ਰਹਿ ਗਈਆਂ ਹਨ, ਜੋ ਅਸੀਂ ਕਲਗੀਆਂ ਬਾਰੇ ਜੋ ਉਹਨਾਂ ਦਾ ਇਤਿਹਾਸ ਸੀ ਉਹਨੂੰ ਪੂਰਾ ਦੱਸ ਨਹੀਂ ਸਕੇ। ਅੱਜ ਵੀ ਬੜੀ ਕਮੀ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਇਤਿਹਾਸ ਸੀ ਕਿ ਉਹਨਾਂ ਨੇ ਪਟਨੇ ਸ਼ਹਿਰ ਦੇ ਵਿੱਚ ਅਵਤਾਰਨ ਧਾਰਨ ਕਿਉਂ ਕੀਤਾ, ਜਾਂ ਇੱਕ ਗੁਰੂ ਦਾ ਖਾਲਸਾ ਕਿਉਂ ਸਾਜਿਆ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਕਿਉਂ ਚੁੱਕੀ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕਿਉਂ ਵਾਰਿਆ, ਤੇ 9 ਪਾਤਸ਼ਾਹੀ ਪਹਿਲਾਂ ਹੋਏ ਸਨ, ਉਹਨਾਂ ਨੇ ਅੰਮ੍ਰਿਤ ਨਹੀਂ ਛਕਾਇਆ, ਤੇ 10ਵੇਂ ਪਾਤਸ਼ਾਹੀ ਨੇ ਅੰਮ੍ਰਿਤ ਕਿਉਂ ਛਕਾਇਆ। ਅੱਜ ਇਹਨਾਂ ਗੱਲਾਂ ਤੋਂ ਅਸੀਂ ਕੋਹਾਂ ਦੂਰ ਹਾਂ। ਸਾਨੂੰ ਸਾਡੇ ਗੁਰੂਆਂ ਦਾ ਇਤਿਹਾਸ ਨਹੀਂ ਪਤਾ, ਪਰ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਣੇ ਆ। ਤੇ ਕਲਗੀਆਂ ਵਾਲੇ ਨੇ ਤਾਂ ਇਹ ਕਿਹਾ ਸੀ ਕਿ ਜੋ ਮੇਰਾ ਸਿੱਖ ਹੈ ਕੇਸਾ ਧਾਰੀ ਹੋਵੇ, ਸ਼ਸਤਰ ਧਾਰੀ ਹੋਵੇ। ਅਸੀਂ ਅੱਜ ਕੋਨੇ ਮੋਨੇ ਵੀ ਕਹਿੰਦੇ ਹਾਂ ਕਿ ਅਸੀਂ ਕਲਗੀਆਂ ਵਾਲੇ ਦੇ ਸਿੱਖ ਹਾਂ। ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਕਟਾਉਣ ਦੀ ਇਜਾਜ਼ਤ ਦਿੱਤੀ ਸੀ ਕਿ ਕੇਸ ਗੁਰੂ ਦੀ ਮੋਹਰ ਹੈ? ਅੱਜ ਉਹ ਗੁਰੂ ਦੀ ਮੋਹਰ ਕਿਸੇ ਦੇ ਕੋਲ ਦਿਖਦੀ ਹੈ? ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ਼ ਰੱਖਿਆ ਸੀ, ਤੇ ਇਸ ਬਾਜ਼ ਰੱਖਣ ਦੇ ਕੀ ਕਾਰਨ ਸਨ? ਜੋ ਬਾਜ਼ ਸੀ ਉਹ ਬੜਾ ਚਿੱਟਾ ਸੀ, ਬੜਾ ਕੱਦ ਕਾਠ ਸੀ, ਤੇ ਪੰਛੀ ਹੋਰ ਬਥੇਰੇ ਸਨ, ਬੜੇ ਸੁੰਦਰ ਸੁੰਦਰ ਪੰਛੀ ਪਏ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਚੋਣ ਵੱਖਰੀ ਕਿਉਂ ਸੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਾਜ਼ ਨੂੰ ਕੋਲ ਕਿਉਂ ਰੱਖਿਆ? ਇਸ ਦਾ ਵੀ ਕੋਈ ਕਾਰਨ ਸੀ। ਜਿਸ ਤਰ੍ਹਾਂ ਜੋ ਬਾਜ਼ ਹੁੰਦਾ ਹੈ ਉਹ ਆਮ ਪੰਛੀਆਂ ਦੇ ਨਾਲੋਂ ਬਹੁਤ ਬਹਾਦਰ ਹੁੰਦਾ ਹੈ, ਤੇ ਦੂਸਰਾ ਜੋ ਬਾਜ਼ ਦੀ ਨਿਗਾਹ ਹੈ ਇਹ ਬੜੀ ਤੇਜ਼ ਹੁੰਦੀ ਹੈ। ਤੀਸਰਾ ਹੈ ਬਾਜ਼ ਦੀ ਉਡਾਰੀ ਬੜੀ ਉੱਚੀ ਹੁੰਦੀ ਹੈ, ਜੋ ਪੰਛੀ ਉੱਥੋਂ ਤੱਕ ਉੱਡ ਨਹੀਂ ਸਕਦੇ। ਕਿੰਨੀ ਵੀ ਤੇਜ਼ ਹਨੇਰੀ ਹੋਵੇ ਪਰ ਉਸ ਹਵਾ ਨੂੰ ਚੀਰਦਾ ਹੋਇਆ ਬਾਜ਼ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ।
चौथी वड्डी गल है कि जो बाज है ये अपना शिकार खुद आप करदा है, अपने पेट की पूर्ति आप करदा, ये किसी ते निर्भर नहीं हुंदा। खुद शिकार दे कोल चल के शिकार करदा है, किसी दा कीता होया शिकार नहीं खांदा। ते चिट्टे रंग दा भी कारण है। ते गुरु गोबिंद सिंह जी कहते हैं कि जिमें ये बाज है इस तरह मेरा सिख होना चाहिए, इस तरह मेरा खालसा साजिया होना चाहिए, जो हर पक्षों ये पूर्ण होण, इस दे विच मेरे खालसे दे विच ये गुण होण। जिमें ये पंछी ये बाज उच्ची उडारी मारदा है, ते उस तरह मेरे सिख की सोच उच्ची होनी चाहिए है। मेरे सिख का किरदार बड़ा उच्चा होना चाहिए है। ते जिस तरह बाज की निगाह तेज है, तो मेरे सिख की भी निगाह तेज होनी चाहिए। भाव सोच चंगी होवे, उन्होंने पछाण होवे कि मेरा दोस्त केड़ा, दुश्मन केड़ा, मेरा चंगा कौन भालदा है, साडे धर्म दे विच कोई रहता कौन करदा है, कुरहता कौन करदा है, इसकी सोझी होनी चाहिए है। ते जिस तरह बाज अपना शिकार आप करदा है, तो उस तरह मेरा सिख इहो जिहा होवे जो किसी ते निर्भर ना होवे, आप मेहनत करदा होवे, अपने हक सच लई लड़दा होवे, हक सच लई मेहनत करदा होवे, हक सच की कमाई खांदा होवे। क्योंकि साडे गुरुआं ने सानू आलसी नहीं बनाया, सानू दलिदरी नहीं बनाया, सानू फुर्तीला बनाया बाज वांग। जिवें बाज आसमान दे विच उडारियां लाउंदा है, ते उसदा सिंग भी चढ़दी कला दे विच होना चाहिए। आप खुद कमावे, खुद कमा के आप छके ते लोकां नू छकावे, ये गुरु दा उपदेश है। जिवें बाज दा रंग चिट्टा है, मेरे सिख दा मन चिट्टा होवे, साफ होवे, भाव के नीयत दे विच खोट ना होवे। जिवें संसार ये दुनिया तन दे चिट्टे नू संसार वेखदा है, मन दे चिट्टे नू निरंकार वेखदा है। मन दे मैले तो दुनिया दूर हुंदी है, ते जिवें तन दे मैले तो संसार दूर हुंदा है, मन दे मैले तो निरंकार दूर हुंदा है। जिस दे मन दे विच मैल होवे उस नूं निरंकार नहीं मिलदा। तन दा मैला होवे ते संसार नहीं मिलदा। आम देखदे हां आपां लोकां दे विच, जिस दे तन दे उत्ते मैले कपड़े होण, तन साफ ना होवे, ते लोग उन्हां दे कोलों दूर हो जांदे है, कोई बुला के राजी नहीं। ते इसे तरह जिन्हां दे मन दे विच कावट है, मन दे विच मैल है, ते निरंकार भी उन्हां तो दूर हो जांदे हन। ते इसे करके गुरु गोबिंद सिंह जी ने बाज रखिया सी। उन्हां तो सेहत लैण लई सानू सिखां नू समझाउण वास्ते
ਤੇ ਇੱਕ ਹੋਰ ਖਾਸੀਅਤ ਸੀ ਬਾਜ ਦੇ ਵਿੱਚ, ਕਿਉਂਕਿ ਜੋ ਬਾਜ ਹੁੰਦੇ ਹਨ ਇਹਨਾਂ ਦੀ ਤਕਰੀਬਨ 70 ਤੋਂ 80 ਸਾਲ ਤੱਕ ਉਮਰ ਹੁੰਦੀ ਹੈ, ਜੋ ਇਹਨਾਂ ਦੀ ਆਰਜ਼ੂ ਹੁੰਦੀ ਹੈ। ਤੇ ਸਾਰੇ ਵਿਦਵਾਨਾਂ ਨੇ ਵੀ ਦੱਸਿਆ ਕਿ ਜੋ ਬਾਜ ਦੀ ਉਮਰ ਹੈ ਤਕਰੀਬਨ 70 ਤੋਂ ਲੈ ਕੇ 80 ਸਾਲ ਦੇ ਵਿੱਚ ਜੀਵਤ ਰਹਿ ਸਕਦੇ ਹਨ। ਤੇ ਜੋ ਕੁਦਰਤ ਦੇ ਨਿਯਮ ਹੈ ਕਿ ਬਾਜ ਦੀ ਜੋ ਚੁੰਝ ਹੁੰਦੀ ਹੈ ਉਹ ਮੁੜਵੀਂ ਹੁੰਦੀ ਹੈ, ਕਿ ਜੋ ਸ਼ਿਕਾਰ ਨੂੰ ਇਹ ਚੰਗੀ ਤਰ੍ਹਾਂ ਉਸ ਦੇ ਵਿੱਚ ਚੁੰਝ ਖੋਭ ਕੇ ਉਸ ਦਾ ਸ਼ਿਕਾਰ ਕਰ ਸਕਣ। ਤੇ ਜਦੋਂ ਲਗਭਗ ਇਹ 30 ਤੋਂ 35 ਸਾਲ ਦੇ ਵਿਚਕਾਰ ਹੁੰਦੇ ਹਨ ਤਾਂ ਇਹਨਾਂ ਦੀ ਜੋ ਚੁੰਝ ਹੈ ਉਹ ਜ਼ਿਆਦਾ ਅੰਦਰ ਨੂੰ ਮੁੜ ਜਾਂਦੀ ਹੈ, ਜਿਸ ਤੋਂ ਇਹਨਾਂ ਨੂੰ ਤਕਲੀਫ ਹੁੰਦੀ ਹੈ। ਭੁੱਖੇ ਰਹਿਣਾ ਪੈਂਦਾ ਹੈ, ਸ਼ਿਕਾਰ ਨਹੀਂ ਕਰ ਸਕਦੇ, ਤੇ ਪੰਜਿਆਂ ਦੇ ਨਹੁੰ ਜ਼ਿਆਦਾ ਵੱਧ ਜਾਂਦੇ ਹਨ, ਉਹ ਵੀ ਮੁੜ ਜਾਂਦੇ ਹਨ। ਇਸ ਉਮਰ ਦੇ ਵਿੱਚ ਇਹਨਾਂ ਨੂੰ ਦਿੱਕਤ ਆਉਂਦੀ ਹੈ। ਹੁਣ ਜਿਸ ਸਮੇਂ ਇਸ ਹਾਲਤ ਦੇ ਵਿੱਚ ਹੁੰਦੇ ਹਨ, ਇਹਨਾਂ ਨੂੰ ਫਿਰ ਦੋ ਕੰਮ ਸੁਝਦੇ ਹਨ। ਜਾਂ ਤਾਂ ਇਹ ਭੁੱਖੇ ਰਹਿਣਾ ਪਸੰਦ ਕਰਕੇ ਆਪਣੀ ਮੌਤ ਨੂੰ ਪ੍ਰਵਾਨ ਕਰ ਲੈਣ, ਜਾਂ ਫਿਰ ਆਪਣੇ ਜੀਵਨ ਨੂੰ ਜਿਉਣ ਵਾਸਤੇ ਸੰਘਰਸ਼ ਕਰ ਲੈਣ। ਤੇ ਇਸ ਲਈ ਜੋ ਬਹਾਦਰ ਹੁੰਦੇ ਹਨ, ਜੋ ਤਾਕਤਵਰ ਹੁੰਦੇ ਹਨ, ਉਹ ਜ਼ਿੰਦਗੀ ਨੂੰ ਜਿਉਣਾ ਚੰਗਾ ਸਮਝਦੇ ਹਨ। ਤੇ ਫਿਰ ਉਹ ਬਾਜ ਆਪਣੀ ਚੁੰਝ ਨੂੰ ਪੱਥਰ ਦੇ ਉੱਤੇ ਜਾ ਕੇ ਜ਼ੋਰ ਦੇ ਨਾਲ ਮਾਰਦੇ ਹਨ। ਇੰਨਾ ਜ਼ੋਰ ਦੇ ਨਾਲ ਮਾਰਦੇ ਹਨ ਕਿ ਉਹ ਚੁੰਝ ਟੁੱਟ ਜਾਂਦੀ ਹੈ ਤੇ ਲਹੂ ਲੁਹਾਨ ਹੋ ਜਾਂਦੇ ਹਨ। ਤੇ ਇੰਨਾ ਉਹ ਕਸ਼ਟ ਝੱਲਦੇ ਹਨ, ਪਰ ਫਿਰ ਦੁਬਾਰਾ ਉਹਨਾਂ ਦੇ ਚੁੰਝ ਆ ਜਾਂਦੀ ਹੈ ਤੇ ਉਹ ਦੁਬਾਰਾ ਆਪਣਾ ਸ਼ਿਕਾਰ ਕਰਨ ਜੋਗੇ ਹੋ ਜਾਂਦੇ ਹਨ ਤੇ ਦੁਬਾਰਾ ਫਿਰ ਆਪਣਾ ਜ਼ਿੰਦਗੀ ਜਿਉਣਾ ਸ਼ੁਰੂ ਕਰਦੇ ਹਨ। ਹੌਸਲਾ ਨਹੀਂ ਹਾਰਦੇ, ਸਿਦਕ ਨਹੀਂ ਹਾਰਦੇ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਅੰਦਰ ਨੇ ਮੇਰਾ ਖਾਲਸਾ ਵੀ ਐਸਾ ਹੋਣਾ ਚਾਹੀਦਾ। ਜਿੰਨੀ ਮਰਜ਼ੀ ਕੋਈ ਮੁਸੀਬਤ ਆ ਜਾਵੇ, ਕੋਈ ਜੰਗ ਯੁੱਧ ਹੋ ਜਾਣ, ਕੋਈ ਮੁਸੀਬਤ ਹੋਵੇ, ਹੱਸ ਕੇ ਜਰ ਲੈਣ। ਜ਼ਿੰਦਗੀ ਜਿਉਣ ਦਾ ਸਾਨੂੰ ਢੰਗ ਸਿਖਾਇਆ ਗਿਆ ਹੈ। ਖਾਲਸਾ ਕਿਸੇ ਦੁੱਖ ਦੇ ਵਿੱਚ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਤੇ ਉਸ ਪਰੇਸ਼ਾਨੀ ਨੂੰ ਹੌਸਲੇ ਦੇ ਨਾਲ ਸੁਲਝਾ ਲੈਣਾ ਚਾਹੀਦਾ। ਉਸ ਵਕਤ ਨੂੰ, ਉਸ ਸਮੇਂ ਨੂੰ ਸਮਝ ਲੈਣਾ ਚਾਹੀਦਾ ਤੇ ਕਿਸੇ ਵੀ ਵਕਤ ਕੋਈ ਮੁਸੀਬਤ ਆ ਜਾਵੇ ਉਸ ਨੂੰ ਨਿਡਰ ਹੋ ਕੇ ਹੌਸਲੇ ਦੇ ਨਾਲ ਪ੍ਰਵਾਨ ਕਰਨਾ ਚਾਹੀਦਾ ਤੇ ਉਹ ਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ। ਤੇ ਇਸ ਕਰਕੇ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਾਸਤਰ ਰੱਖੇ ਹਨ, ਬਾਜ ਰੱਖੇ ਹਨ, ਘੋੜੇ ਰੱਖੇ ਹਨ, ਹਾਥੀ ਰੱਖੇ ਹਨ, ਹਰ ਇੱਕ ਦੇ ਵਿੱਚ ਕੋਈ ਨਾ ਕੋਈ ਰਾਜ ਹੁੰਦਾ ਸੀ। ਤੇ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੇ ਕੋਲ ਜੋ ਤੀਰ ਰੱਖੇ ਸਨ, ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਿਉਣੇ ਦੇ ਜੋ ਤੀਰ ਸਨ ਉਹਨਾਂ ਦੇ ਨਾਲ ਤੋਲਾ ਤੋਲਾ ਸੋਨੇ ਦਾ ਲੱਗਿਆ ਹੁੰਦਾ ਸੀ ਤੇ ਉਸ ਦੇ ਵਿੱਚ ਵੀ ਬੜਾ ਰਾਜ ਸੀ। ਜੋ ਸਿੱਖਾਂ ਨੇ ਪੁੱਛਿਆ ਸੀ ਕਿ ਗੁਰੂ ਜੀ ਇਹ ਤੀਰਾਂ 'ਤੇ ਸਿਉਣਾ ਕਿਉਂ ਲਵਾਇਆ ਹੈ,
ਤੇ ਉਸ ਸਮੇਂ ਗੁਰੂ ਜੀ ਨੇ ਵੀ ਦੱਸਿਆ ਸੀ ਕਿ ਜੇ ਅੱਗੋਂ ਕੋਈ ਗਰੀਬ ਹੋਵੇ ਤੇ ਜੇ ਉਹ ਇਹਨਾਂ ਤੀਰਾਂ ਦੇ ਨਾਲ ਫੱਟੜ ਹੋ ਗਿਆ ਤੇ ਆਪਣਾ ਇਲਾਜ ਕਰਵਾ ਸਕੇਗਾ। ਜੇ ਤੀਰ ਲੱਗਣ ਦੇ ਕਾਰਨ ਕਿਸੇ ਦੀ ਮੌਤ ਹੋ ਜਾਵੇ ਤੇ ਇਸ ਦੇ ਨਾਲ ਉਸ ਦਾ ਸੰਸਕਾਰ ਹੋ ਜਾਵੇ, ਅੰਤਮ ਕਿਰਿਆ ਹੋ ਜਾਵੇ ਤੇ ਉਹਨਾਂ ਦਾ ਰਾਸ਼ਨ ਪਾਣੀ ਆ ਜਾਵੇਗਾ। ਬੜੀ ਸੋਚ ਉੱਚੀ ਸੀ। ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਗੁਰੂ ਸਾਹਿਬ ਜੀ ਦਾ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਸੀ, ਭਾਵੇਂ ਉਹ ਦੁਸ਼ਮਣੀ ਹੋਵੇ, ਕਿਸੇ ਇਨਸਾਨ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਸਿਰਫ ਇੱਕ ਜ਼ੁਲਮ ਨੂੰ ਹਟਾਉਣ ਵਾਸਤੇ, ਉਸ ਨੂੰ ਇਨਸਾਨ ਬਣਾਉਣ ਵਾਸਤੇ ਜੋ ਸ਼ੈਤਾਨ ਸਨ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ। ਕਿ ਸਭ ਉਸ ਪਰਮਾਤਮਾ ਨੇ ਇਨਸਾਨ ਸਾਜੇ ਹਨ ਤੇ ਜੋ ਇਨਸਾਨੀਅਤ ਨੂੰ ਸਮਝਦਾ ਉਹ ਕਿਸੇ ਤੇ ਵਾਧਾ ਨਹੀਂ ਕਰਦਾ, ਕਿਸੇ ਤੇ ਕੋਈ ਜ਼ੁਲਮ ਨਹੀਂ ਕਰਦਾ, ਕੋਈ ਕਿਸੇ ਤੇ ਅਤਿਆਚਾਰ ਨਹੀਂ ਕਰਦਾ। ਪਰ ਇਹ ਹੰਕਾਰ ਦੇ ਮਾਰੇ ਹੋਏ ਜੋ ਲੋਕ ਹਨ, ਇਹ ਜੋ ਦੱਬੇ ਹੋਏ ਕੁਚਲੇ ਹੋਏ ਲੋਕਾਂ ਨੂੰ ਮਾਰ ਰਹੇ ਹਨ, ਇਸ ਲਈ ਸਾਨੂੰ ਹਥਿਆਰ ਚਲਾਉਣੇ ਪਏ। ਤੇ ਅੱਜ ਤੱਕ ਕੋਈ ਵੀ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਆਉਂਦਾ ਜਿੰਨੇ ਵੀ ਦੁਨੀਆ 'ਤੇ ਰਾਜੇ ਬਾਦਸ਼ਾਹ ਹੋਏ ਹਨ ਕਿ ਕਿਸੇ ਨੇ ਜੰਗ ਯੁੱਧ ਦੇ ਵਿੱਚ ਕੋਈ ਸਿਉਣੇ ਦੇ ਤੀਰ ਚਲਾਏ ਹੋਣ। ਤੇ ਇਹ ਵੀ ਸਿਹਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਹੁੰਚਦਾ, ਜਿਨ੍ਹਾਂ ਨੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਤੀਰ ਚਲਾਏ ਹਨ ਤੇ ਉਹ ਵੀ ਫਿਰ ਵੀ ਦੁਸ਼ਮਣ ਦੀ ਭਲਾਈ ਦੀ ਖਾਤਰ ਐਡੇ ਵੱਡੇ ਕਾਰਜ ਕਰ ਰਹੇ ਹਨ। ਸੋ ਇੱਥੋਂ ਪਤਾ ਲੱਗਦਾ ਕਿ ਜੋ ਗੁਰੂ ਹੋਏ ਹਨ ਤੇ ਉਹਨਾਂ ਦੀ ਕੋਈ ਰੀਸ ਨਹੀਂ ਕਰ ਸਕਦਾ। ਬੇਸ਼ੱਕ ਅੱਜ ਲੱਖਾਂ ਗੁਰੂ ਪੈਦਾ ਹੋ ਰਹੇ ਹਨ, ਪਰ ਜੋ ਸਾਡੇ ਗੁਰੂ ਸਨ ਉਹਨਾਂ ਨੂੰ ਆਪਦਿਆਂ ਠੇਸ ਪਹੁੰਚਾਉਣ ਵਾਸਤੇ ਬੜੇ ਢੰਗ ਕਰ ਰਹੇ ਹਨ। ਪਰ ਕੋਈ ਕੁਛ ਦੇ ਕਹਿਣ 'ਤੇ ਕੋਈ ਗੁਰੂ ਦੀ ਪਦਵੀ ਘੱਟ ਨਹੀਂ ਜਾਂਦੀ, ਕੋਈ ਗੁਰੂ ਦੀ ਵਡਿਆਈ ਘੱਟ ਨਹੀਂ ਜਾਂਦੀ। ਜੋ ਗੁਰੂ ਤਾਂ ਗੁਰੂ ਹੀ ਰਹਿਣਗੇ। ਬੇਸ਼ੱਕ ਲੱਖਾਂ ਲੋਕ ਉਹਨਾਂ ਦੀ ਰੀਸ ਕਰੀ ਜਾਣ, ਪਰ ਜੋ ਗੁਰੂ ਸਾਹਿਬ ਨੇ ਪੂਰਨੇ ਪਾਏ ਹਨ ਉਹ ਪੂਰਨਿਆਂ 'ਤੇ ਕੋਈ ਚੱਲ ਨਹੀਂ ਸਕਦਾ। ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦਾਤਾਂ ਦਿੱਤੀਆਂ ਹਨ, ਅੱਜ ਦੇ ਗੁਰੂ ਸਾਨੂੰ ਦੇ ਨਹੀਂ ਸਕਦੇ। ਸੋ ਗੁਰੂ ਤਾਂ ਗੁਰੂ ਹੀ ਸਨ। ਅੱਜ ਵੀ ਜੋ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਉਹਨਾਂ ਦੇ ਸਮੇਂ ਦੇ ਜੋ ਮੁਗਲ ਰਾਜ ਸਨ, ਉਹ ਰਾਜੇ ਬਾਦਸ਼ਾਹ ਸਨ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਅੱਜ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਿਨ ਤਿਉਹਾਰ ਮਨਾਏ ਜਾਂਦੇ ਹਨ, ਅਵਤਾਰ ਦਿਹਾੜੇ ਮਨਾਏ ਜਾਂਦੇ ਹਨ, ਉਹਨਾਂ ਦੇ ਸੋਹਲੇ ਗਾਏ ਜਾਂਦੇ ਹਨ। ਦੁਨੀਆ ਭਰ ਦੇ ਵਿੱਚ ਗੁਰੂ ਦੇ ਸਿੱਖਾਂ ਦੀ, ਗੁਰੂਆਂ ਦੀ ਤਾਂ ਵਡਿਆਈ ਹੋਣੀ ਸੀ, ਉਹਨਾਂ ਦੇ ਸਿੱਖਾਂ ਦੀ ਵੀ ਵਡਿਆਈ ਹੋ ਰਹੀ ਹੈ। ਤੇ ਇਹ ਸੀ ਸਾਡੇ ਗੁਰੂਆਂ ਦੇ ਇਤਿਹਾਸ, ਤੇ ਉਹਨਾਂ ਨੂੰ ਕੋਟ ਕੋਟ ਨਮਸਕਾਰ ਹੈ। ਇਹੋ ਜਿਹੇ ਸਤਿਗੁਰਾਂ ਨੂੰ ਜੋ ਆਪ ਤਰੇ ਹਨ ਤੇ ਲੋਕਾਂ ਨੂੰ ਤਾਰ ਰਹੇ ਹਨ। ਵਾਹਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹਨ। ਕਿਰਪਾ ਕਰਕੇ ਬਖਸ਼ ਲੈਣ, ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ ਕਰਨ। ਆਓ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।